एक ओंकार। सारे जगत दे कल्याण लई पूरी दुनिया नूं सच दा रस्ता वखाउण ਅਤੇ ਮਾਨਵਤਾ ਦਾ ਪਾਠ ਪੜਾਉਣ ਵਾਲੀ ਮਹਾਨ ਸ਼ਖਸੀਅਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਅੰਧਕਾਰ ਤੋਂ ਬਾਹਰ ਕੱਢਣ ਤੇ ਪ੍ਰਕਾਸ਼ ਵੱਲ ਲਿਜਾਣ ਲਈ ਇੱਕ ਓਂਕਾਰ ਦਾ ਰਸਤਾ ਵਿਖਾਇਆ। ਸਾਰੇ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਕੇ ਅਤੇ ਆਕਾਸ਼ ਨੂੰ ਤਖਤੀ ਬਣਾ ਕੇ ਵੀ ਅਸੀਂ ਉਸ ਮਹਾਨ ਸ਼ਖਸੀਅਤ ਦੀ ਮਹਿਮਾ ਦਾ ਬਖਾਨ ਸ਼ਬਦਾਂ ਰਾਹੀਂ ਨਹੀਂ ਕਰ ਸਕਦੇ। ਇਹ ਕਾਰਜ ਸਾਡੇ ਲਈ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਫਿਰ ਵੀ ਅਸੀਂ ਆਪਣੇ ਇਸ ਉਪਰਾਲੇ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਮਾਨਵਤਾ ਲਈ ਦਿੱਤੇ ਗਏ ਉਪਦੇਸ਼ ਦੇ ਨਾਲ ਜੋੜਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਵੱਲੋਂ ਕੀਤੇ ਗਏ ਇਸ ਉਪਰਾਲੇ ਵਿੱਚ ਬਹੁਤ ਸਾਰੀਆਂ ਕਮੀਆਂ ਅਤੇ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਜਿਸ ਲਈ ਖਿਮਾ ਦੇ ਜਾਚਕ ਹਾਂ। ਇੱਕ ਐਸਾ ਯੁੱਗ ਜਦੋਂ ਸਮੇਂ-ਸਮੇਂ ਦੇ ਸ਼ਾਸਕਾਂ ਵੱਲੋਂ ਭਾਰਤ ਨੂੰ ਨਾ ਸਿਰਫ ਗੁਲਾਮ ਬਣਾਇਆ ਹੋਇਆ ਸੀ, ਹਿੰਦੁਸਤਾਨੀਆਂ ਦੇ ਖੂਨ ਦੇ ਦਰਿਆ ਵਗਾਏ ਜਾ ਰਹੇ ਸਨ। ਹਰ ਆਮ ਖਾਸ ਨੂੰ ਜਬਰਨ ਲੁੱਟਿਆ ਜਾ ਰਿਹਾ ਸੀ। ਔਰਤਾਂ ਦੀ ਪੱਤ ਰੋਲੀ ਜਾ ਰਹੀ ਸੀ। ਸ਼ਾਸਕ ਨੌਜਵਾਨ ਬੇਟੇ ਬੇਟੀਆਂ ਨੂੰ ਗੁਲਾਮ ਬਣਾ ਰਹੇ ਸਨ। ਮਹਿਮੂਦ ਗਜ਼ਨਵੀ ਤੋਂ ਸ਼ੁਰੂ ਹੋ ਕੇ ਹਮਲਾਵਰਾਂ ਦੀ ਇੱਕ ਲੰਬੀ ਲੜੀ ਭਾਰਤ ਨੂੰ ਲਤੜਦੇ ਰਹੇ। ਤੁਗਲਕ ਆਏ, ਫਿਰ ਸੈਯਦ, ਫਿਰ ਲੋਧੀ। ਚਾਰੇ ਪਾਸੇ ਕੂੜ ਦੀ ਪ੍ਰਧਾਨਤਾ ਸੀ। ਇਨਸਾਨੀਅਤ ਸ਼ਰਮਸਾਰ ਸੀ ਤਾਂ ਨਿਰਾਸ਼ਾ ਦੀ ਧੁੰਦ ਨੂੰ ਚੀਰ ਕੇ ਇੱਕ ਮਹਾਨ ਸ਼ਖਸੀਅਤ ਨੇ ਜਨਮ ਲਿਆ, ਜਿਨ੍ਹਾਂ ਨੂੰ ਹਿੰਦੂਆਂ ਦੇ ਅਵਤਾਰ, ਮੁਸਲਮਾਨਾਂ ਦੇ ਪੀਰ ਤੇ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣਿਆ ਗਿਆ। ਕੱਤਕ ਮਹੀਨੇ ਦੀ ਪੁੰਨਿਆ 29 ਨਵੰਬਰ 1469 ਰਾਏ ਭੋਏ ਦੀ ਤਲਵੰਡੀ, ਇੱਕ ਪਿੰਡ ਜੋ ਪਾਕਿਸਤਾਨ ਦੇ ਲਾਹੌਰ ਤੋਂ 57 ਮੀਲ ਪੱਛਮ ਅਤੇ ਫੈਸਲਾਬਾਦ ਤੋਂ 47 ਮੀਲ ਪੂਰਬ ਵਿੱਚ ਸਥਿਤ ਹੈ। ਅੱਜ ਲਗਭਗ 70,000 ਦੀ ਆਬਾਦੀ ਵਾਲਾ ਇਹ ਸ਼ਹਿਰ ਸ਼੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਸਥਾਨ ਹੋਣ ਦਾ ਮਾਣ ਪ੍ਰਾਪਤ ਹੈ। ਗੁਰੂ ਸਾਹਿਬ ਦੇ ਪਿਤਾ ਸ਼੍ਰੀ ਕਲਿਆਣ ਦਾਸ ਬੇਦੀ ਸਨ, ਜਿਨ੍ਹਾਂ ਦਾ ਲੋਕ ਪ੍ਰਸਿੱਧ ਨਾਮ ਪਟਵਾਰੀ ਸਾਹਿਬ ਮਹਿਤਾ ਕਾਲੂ ਜੀ, ਜਨਮਦਾਤੀ ਮਾਂ ਮਾਤਾ ਤ੍ਰਿਪਤਾ ਦੇਵੀ ਅਤੇ ਇੱਕ ਵੱਡੀ ਭੈਣ ਬੀਬੀ ਨਾਨਕੀ ਜੀ ਸੀ। ਬਾਬਾ ਜੀ ਦੇ ਅਵਤਾਰ ਧਾਰਨ ਦੇ ਅਗਲੇ ਦਿਨ ਆਪਣੇ ਸਮੇਂ ਦੇ ਮਸ਼ਹੂਰ ਜੋਤਸ਼ੀ ਪੰਡਤ ਹਰਦਿਆਲ ਜੀ ਬਾਬਾ ਜੀ ਦੇ ਦਰਸ਼ਨ ਕਰਨ ਅਤੇ ਜਨਮ ਪੱਤਰੀ ਤਿਆਰ ਕਰਨ ਲਈ ਆਏ। ਬਾਲ ਰੂਪ ਬਾਬਾ ਜੀ ਦੇ ਦਰਸ਼ਨ ਹੁੰਦੇ ਹੀ ਜੋਤਸ਼ੀ ਦੇ ਮੂੰਹੋਂ ਨਿਕਲਿਆ ਕਿ ਇਸ ਬਾਲਕ ਦੇ ਸਿਰ ਛਤਰ ਝੂਲੇਗਾ। ਇਹ ਬਾਲਕ ਸੰਸਾਰ ਵਿੱਚ ਨਾਨਕ ਬਣ ਕੇ ਸਰਵ ਉੱਚ ਮਹਾਨਤਾ ਅਤੇ ਵਡਿਆਈ ਨੂੰ ਪ੍ਰਾਪਤ ਕਰੇਗਾ। ਇਸ ਬਾਲਕ ਨਾਨਕ ਨੂੰ ਹਰ ਧਰਮ ਦੇ ਲੋਕੀ ਨਾ ਸਿਰਫ ਆਪਣਾ ਅਵਤਾਰ ਮੰਨਣਗੇ ਬਲਕਿ ਇੱਕਸਾਰ ਪੂਜਣਗੇ। ਧਰਤੀ ਅਤੇ ਆਕਾਸ਼ ਵਿੱਚ ਇਸ ਦੇ ਨਾਮ ਦਾ ਡੰਕਾ ਵੱਜੇਗਾ। ਜਦੋਂ ਮਾਪਿਆਂ ਵੱਲੋਂ ਪੰਡਤ ਹਰਦਿਆਲ ਜੋਤਸ਼ੀ ਨੂੰ ਬਾਲਕ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ ਤਾਂ ਬਾਲਕ ਨਾਨਕ ਦੇਵ ਜੀ ਨੇ ਫਰਮਾਇਆ, ਕਪਾਹ ਤੋਂ ਕਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ ਤੇ ਸੁਰਖਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ। ਰੱਬ ਦੀ ਦਰਗਾਹ ਵਿੱਚ ਤਦੋਂ ਹੀ ਆਦਰ ਮਿਲਦਾ ਹੈ ਜੇ ਰੱਬ ਦਾ ਨਾਮ ਹਿਰਦੇ ਵਿੱਚ ਦ੍ਰਿੜ ਕਰ ਲਈਏ। ਰੱਬ ਦੀ ਸਿਫਤ ਸਲਾਹ ਹੀ ਸੁੱਚਾ ਜਨੇਊ ਹੈ।
ਇਹ ਸੁੱਚਾ ਜਨੇਊ ਧਾਰਨ ਕੀਤਿਆਂ ਦਰਗਾਹ ਵਿੱਚ ਮਾਨ ਮਿਲਦਾ ਹੈ ਅਤੇ ਇਹ ਕਦੇ ਟੁੱਟਦਾ ਵੀ ਨਹੀਂ। ਜੇ ਇੰਦਰੀਆਂ ਤੇ ਨਾੜੀਆਂ ਨੂੰ ਇਹੋ ਜਿਹਾ ਜਨੇਊ ਨਹੀਂ ਪਾਇਆ ਕਿ ਇੰਦਰੀਆਂ ਦੇ ਵਿਕਾਰਾਂ ਵੱਲ ਨਾ ਜਾਣ, ਪੈਰਾਂ ਨੂੰ ਅਜਿਹਾ ਜਨੇਊ ਨਹੀਂ ਪਾਇਆ ਕਿ ਭੈੜੇ ਪਾਸੇ ਨਾ ਲੈ ਜਾਣ, ਹੱਥਾਂ ਨੂੰ ਇਹੋ ਜਿਹਾ ਜਨੇਊ ਨਹੀਂ ਪਾਇਆ ਕਿ ਉਹ ਮੰਦੇ ਕੰਮ ਨਾ ਕਰਨ, ਜੀਭ ਨੂੰ ਕੋਈ ਜਨੇਊ ਨਹੀਂ ਪਾਇਆ ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ, ਅੱਖਾਂ ਨੂੰ ਐਸਾ ਜਨੇਊ ਨਹੀਂ ਪਾਇਆ ਕਿ ਪਰਾਈ ਇਸਤਰੀ ਵੱਲ ਨਾ ਤੱਕਣ, ਤਾਂ ਗਲ ਵਿੱਚ ਸੂਤ ਦੇ ਧਾਗੇ ਪਾ ਰੱਖਣਾ ਵਿਅਰਥ ਹੈ। ਬਾਲਕ ਨਾਨਕ ਦੇਵ ਜੀ ਨੂੰ ਉਹਨਾਂ ਸਮਿਆਂ ਵਿੱਚ ਪ੍ਰਚਲਿਤ ਉਪਚਾਰਕ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਲਈ ਪਾਠਸ਼ਾਲਾ ਮਦਰਸਿਆਂ ਵਿੱਚ ਭੇਜਿਆ ਗਿਆ, ਜਿੱਥੇ ਕਿ ਉਹਨਾਂ ਨੇ ਲੱਕੜੀ ਦੀ ਤਖਤੀ ਤੇ ਪਹਿਲਾ ਅੱਖਰ ਲਿਖਿਆ, ਏਕ ਓਂਕਾਰ। चौबीस सितंबर 1487 ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲੇ ਦੇ ਖੱਤਰੀ ਪਰਿਵਾਰ ਵਿੱਚ ਮੂਲ ਚੰਦ ਦੀ ਸੁਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਮਾਤਾ ਸੁਲੱਖਣੀ ਦੀ ਕੁੱਖੋਂ 2 ਪੁੱਤਰਾਂ ਨੇ ਜਨਮ ਲਿਆ, ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਮਤਕਾਰਾਂ ਤੋਂ ਕੌਣ ਜਾਣੂ ਨਹੀਂ ਹੈ। ਭਾਵੇਂ ਉਹ ਸੱਚੇ ਸੌਦੇ ਦੀ ਘਟਨਾ ਹੋਵੇ ਤੇ ਭਾਵੇਂ ਮੋਦੀ ਖਾਨੇ ਵਿੱਚ 13 ਤੋਲਣਾ, ਭਾਵੇਂ ਉਹ ਅਰਬੀ ਦੀ ਵਰਣਮਾਲਾ ਨੂੰ ਪਹਿਲੇ ਦਿਨ ਹੀ ਯਾਦ ਕਰਨਾ ਹੋਵੇ, ਭਾਵੇਂ ਬਲੀ ਕੰਦਾਰੀ ਅਤੇ ਮਲਕ ਭਾਗੋ ਦੇ ਹੰਕਾਰ ਨੂੰ ਤੋੜਨ ਦੀ ਘਟਨਾ ਹੋਵੇ ਤੇ ਭਾਵੇਂ ਬਿਦਰ ਦੇ ਪਥਰੀਲੇ ਇਲਾਕੇ ਵਿੱਚੋਂ ਪਾਣੀ ਦਾ ਚਸ਼ਮਾ ਪ੍ਰਗਟਾਉਣਾ ਹੋਵੇ ਤੇ ਭਾਵੇਂ ਡੇਰਾ ਬਾਬਾ ਨਾਨਕ ਦੇ ਸੁੱਕੇ ਖੇਤਾਂ ਨੂੰ ਹਰਾ ਕਰਨ ਦਾ ਕੌਤਕ ਹੋਵੇ। ਹਮੇਸ਼ਾ ਨਾਮ ਖੁਮਾਰੀ ਵਿੱਚ ਲੀਨ ਰਹਿੰਦੇ ਬਾਬਾ ਜੀ ਜਦੋਂ ਸੁਲਤਾਨਪੁਰ ਲੋਧੀ ਵਿਖੇ ਰਹਿ ਰਹੇ ਸਨ, ਤਾਂ ਇੱਕ ਦਿਨ ਨੇੜੇ ਹੀ ਵਗਦੀ ਨਦੀ, ਜਿਸ ਨੂੰ ਕਿ ਕਾਲੀ ਬੇਈ ਵੀ ਪੁਕਾਰਿਆ ਜਾਂਦਾ ਸੀ, ਉਸ ਵਿੱਚ ਇਸ਼ਨਾਨ ਕਰਨ ਗਏ ਤਾਂ ਜਲ ਵਿੱਚ ਉਤਰ ਕੇ ਲਿਵਲੀਨ ਹੋ ਗਏ, ਭਾਵ ਮਾਨਸਿਕ ਸਮਾਧੀ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ। ਜਦ 3 ਦਿਨ ਬਾਅਦ ਉਸ ਲਿਵਲੀਨਤਾ ਦੀ ਅਵਸਥਾ ਵਿੱਚੋਂ ਬਾਹਰ ਆਏ ਤੇ ਉਹਨਾਂ ਨੇ ਪਹਿਲੀ ਵਾਰ ਇਹ ਮੂਲ ਮੰਤਰ ਉਚਾਰਿਆ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਸਾਹਿਬ ਦੀ ਯਾਦ ਵਿੱਚ ਬੇਈ ਨਦੀ ਦੇ ਕਿਨਾਰੇ ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਵਿਖੇ ਆਪਣੀ ਜ਼ਿੰਦਗੀ ਦੇ ਲਗਭਗ 14 ਵਰ੍ਹੇ ਬਿਤਾਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਜਿਸ ਤੇ ਹੋਵੇ ਤੇਰੀ ਕਿਰਪਾ, ਜਿਸ ਤੇ ਹੋਵੇ ਤੇਰੀ ਕਿਰਪਾ, ਉਸ ਦੇ ਸਿਰ ਤੋਂ ਟਲੇ ਬਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। 1497 ਦੇ ਉਸ ਦੌਰ ਵਿੱਚ ਨਾ ਤਾਂ ਹਿੰਦੂ ਹੀ ਆਪਣੇ ਸਨਾਤਨ ਧਰਮ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਤੇ ਨਾ ਹੀ ਮੁਸਲਮਾਨ ਇਸਲਾਮ ਨੂੰ ਸਹੀ ਤਰ੍ਹਾਂ ਜਾਣਦੇ ਸੀ। ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਕਰਮਕਾਂਡ ਅਤੇ ਪਖੰਡ ਚੋਂ ਕੱਢਣ ਅਤੇ ਇੱਕ ਪਰਮਾਤਮਾ ਨਾਲ ਜੋੜਨ ਲਈ ਸੰਸਾਰ ਭਰ ਦੀਆਂ ਚਾਰੋਂ ਦਿਸ਼ਾਵਾਂ ਵਿੱਚ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਗੁਰੂ ਜੀ ਦੀਆਂ ਉਦਾਸੀਆਂ ਵਜੋਂ ਯਾਦ ਕੀਤਾ ਜਾਂਦਾ ਹੈ। ਆਪਣੇ ਜੀਵਨ ਦੇ ਅੰਤਿਮ 18 ਵਰ੍ਹੇ
ਗੁਰੂ ਸਾਹਿਬ ਜੀ ਨੇ ਪੱਖੋ ਕੇ ਰੰਧਾਵਾ ਇਲਾਕੇ ਵਿੱਚ ਬਤੀਤ ਕੀਤੇ, ਜਿਸ ਨੂੰ ਅੱਜ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਉਹਨਾਂ ਨੇ ਨਿਵਾਸ ਕੀਤਾ, ਉੱਥੇ ਅੱਜ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਸੁਸ਼ੋਭਿਤ ਹੈ। ਜਿੱਥੇ ਆਪ ਜੀ ਨੇ ਨਿਤਨੇਮ ਕੀਤਾ, ਕੀਰਤਨ ਤੇ ਭਜਨ ਬੰਦਗੀ ਕਰਦੇ ਰਹੇ। ਕਰਤਾਰਪੁਰ ਸਾਹਿਬ ਅੱਜ ਦੇ ਭਾਰਤ ਪਾਕ ਦੀ ਰਾਜਨੀਤਿਕ ਸਰਹੱਦ ਤੋਂ 4 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਹੈ। ਰਾਜਨੀਤਿਕ ਕਾਰਨਾਂ ਕਰਕੇ ਭਾਰਤੀ ਸ਼ਰਧਾਲੂਆਂ ਲਈ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਸੰਭਵ ਨਹੀਂ ਸਨ, ਪਰ ਹੁਣ ਨਵੰਬਰ 2019 ਤੋਂ ਗੁਰੂ ਕਿਰਪਾ ਸਦਕਾ ਦੋਨੋਂ ਮੁਲਕਾਂ ਦਰਮਿਆਨ ਕਰਤਾਰਪੁਰ ਕੋਰੀਡੋਰ ਸਮਝੌਤਾ ਹੋ ਗਿਆ ਹੈ, ਜਿਸ ਕਰਕੇ ਹੁਣ ਸ਼ਰਧਾਲੂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤ ਰੂਪੀ ਨੂਰ ਭਾਈ ਲਹਿਣਾ ਜੀ, ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਕਹਾਏ, ਉਹਨਾਂ ਨੂੰ ਦੇ ਕੇ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ। ਗੁਰੂ ਸਾਹਿਬ ਨੇ ਉਸ ਪਰਮੇਸ਼ਵਰ ਦੀ ਪੂਜਾ ਇਬਾਦਤ ਨੂੰ ਇੱਕ ਨਵਾਂ ਰੂਪ ਦਿੱਤਾ। ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਰਾਹੀਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੀ ਸਿੱਖਿਆ ਦਿੱਤੀ। ਜੇ ਅਸੀਂ ਇਹਨਾਂ ਤਿੰਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤਾਂ ਇਸ ਨਾਲ ਸਾਨੂੰ ਅਮਨ, ਚੈਨ, ਸ਼ਾਂਤੀ, ਸੱਚ, ਨਿਆਂ, ਮੋਕਸ਼ ਤੇ ਆਨੰਦ ਸਦੀਵੀ ਤੌਰ ਤੇ ਪ੍ਰਾਪਤ ਹੋ ਸਕਦੇ ਹਨ। ਇਹ ਹੋਈ ਗੁਰੂ ਸਾਹਿਬ ਦਾ ਮਾਨਵਤਾ ਲਈ ਸੰਦੇਸ਼ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਸੂਫੀ ਕਵੀ ਸਨ। ਉਹਨਾਂ ਦੀ ਭਾਸ਼ਾ ਵਗਦੇ ਪਾਣੀ ਵਾਂਗ ਸੀ, ਜਿਸ ਵਿੱਚ ਫਾਰਸੀ, ਮੁਲਤਾਨੀ, ਪੰਜਾਬੀ, ਸਿੰਧੀ, ਖੜੀ ਬੋਲੀ ਤੇ ਅਰਬੀ ਦੇ ਸ਼ਬਦ ਸਮਾ ਗਏ। ਗੁਰੂ ਸਾਹਿਬ ਦੀ ਰਚਨਾਵਾਂ ਵਿੱਚ ਸ਼੍ਰੀ ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟ, 12 ਮਾਹ ਅਤੇ ਦੱਖਣੀ ਓਂਕਾਰ ਪ੍ਰਮੁੱਖ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਿਰਮੌਰ ਹਨ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸੋ ਕਿਉਂ ਮੰਦਾ ਆਖੀਏ, ਜਿਸ ਜੰਮੇ ਰਾਜਾਨ। ਨਾਨਕ ਨੀਵਾ ਜੋ ਚਲੇ, ਲਗੇ ਨ ਤਤੀ ਵਾਵ। ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਦਾਨ। हम नहीं चंगे, बुरा नहीं कोई, प्रणवत नानक तारे सोए। नानक नाम चढ़दी कला, तेरे पाणे सरबत दा भला।